ਮਨੀ ਜੀ ਆਪਣੀ ਖਾਸ ਮਹਿਮਾਨ ਵੀ ਆਪਣੇ ਨਾਲ ਜੁੜ ਚੁੱਕੇ ਨੇ। बिल्कुल। ਬੜੀ ਆਲਾ ਦਰਜੇ ਦੇ ਪੱਤਰਕਾਰ ਨੇ, ਜਰਨਲਿਸਟ ਨੇ। हुँ, ਬੜੀਆਂ ਜਾਣਕਾਰੀਆਂ ਰੱਖਦੇ ਨੇ ਜਦੋਂ ਜੀਓਪੋਲਿਟਿਕਸ ਦਾ ਜ਼ਿਕਰ ਹੁੰਦਾ ਹੈ। ਤੇ ਖਾਸ ਕਰਕੇ ਅੱਜ ਆਪਾਂ ਈਰਾਨ, ਅਮਰੀਕਾ, ਇਜ਼ਰਾਈਲ ਦਾ ਜਿਹੜਾ हुँ, ਇਹ ਗਾਹ ਪਿਆ ਹੋਇਆ, ਕੀਓਸ ਬਣਿਆ ਹੋਇਆ, हुँ, ਉਸ ਦੇ ਬਾਬਤ ਇਹਨਾਂ ਦੇ ਨਾਲ ਖਾਸ ਗੱਲਬਾਤ ਕਰਦੇ ਹਾਂ। बिल्कुल। ਆਓ ਫਿਰ ਸਵਾਗਤ ਕਰਦੇ ਹਾਂ। ਰਮਨਜੀਤ ਸਿੰਘ ਸਿੱਧੂ ਜੀ, ਤੁਹਾਡਾ ਸਵਾਗਤ ਹੈ ਜੀ ਰੇਡੀਓ ਸਵਿਫਟ ਤੇ। हाँ, ਲਵਲੀ लवली जी, रेडियो स्विफ्ट ਤੇ ਸਮਾਂ ਦੇਣ ਲਈ ਬਹੁਤ-ਬਹੁਤ ਮਿਹਰਬਾਨੀ। शुक्रिया जी। रमनजीत जी, मैं मनी आपका स्वागत करता हूँ। हम हिंदी वाले हैं, लवी जी पंजाबन हैं और हम दोनों हिंदी और पंजाबी में करते हैं। सिद्धू साहब जी, सब तो मनीष जी बहुत जी। अच्छा लगा या बहुत अच्छा लगा हिंदी में भी बात कर लूँगा मैं, हम्म। मुझे आसानी रहेगी। हाँ। कोई बात नहीं, आप जवाब हाँ पंजाबी जी। में दे दीजिएगा, हम सवाल हिंदी में पूछ लेंगे, ठीक है ना? ਜੀ जी, ਸਿੱਧੂ ਸਾਹਿਬ, ਸਭ ਤੋਂ हाँ ਪਹਿਲਾਂ जी। ਤਾਂ ਸਾਡੇ ਲਈ ਬੜੀ ਹੀ ਲਾਹੇ ਵਾਲੀ ਚੀਜ਼ ਆ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹੋ, ਕਿਉਂਕਿ ਸਾਡੀ ਸਵਿਫਟ ਦੀ ਕਾਫੀ ਟੀਮ ਜਿਹੜੀ ਤੁਹਾਨੂੰ ਰਿਲੀਜੀਅਸਲੀ ਸੁਣਦੀ ਆ। ਤੁਹਾਡੇ ਪ੍ਰੋਗਰਾਮਸ ਨੂੰ ਅਸੀਂ ਜ਼ਰੂਰ ਫੋਲੋ ओह माय ਕਰਦੇ ਆ। गॉड! जी, ਸੋ जी। ਅੱਜ ਦੇ ਪ੍ਰੋਗਰਾਮ ਦੇ ਵਿੱਚ ਸੋ ਈਰਾਨ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ, ਜਿਹੜਾ ਇਹ ਇਸ हाँ जी। ਵਕਤ ਆਪਾਂ ਕਈ ਵਾਰੀ ਹਿੰਦੀ 'ਚ ਰਾਇਤਾ ਫੈਲਿਆ ਕਹਿ ਸਕਦੇ ਆ, ਪੰਜਾਬੀ हुँ, ਦੇ ਵਿੱਚ ਗਾਹ ਪਿਆ ਕਹਿ ਸਕਦੇ ਹਾਂ। ਜਿਹੜਾ ਅਮਰੀਕਾ ਨੇ ਇਸ हाँ ਵਕਤ जी। ਇਹ ਕੇਓਸ ਫੈਲਾਇਆ ਹੋਇਆ, ਇਸ ਦਾ ਕਿਸੇ ਪਾਸੇ ਲੜ ਸਿਰਾ ਸਾਨੂੰ ਲੱਭੂ ਕਿ ਨਹੀਂ ਲੱਭੂ? ਦੇਖੋ ਜਿਹੜੀ ਚੀਜ਼ ਆਪਾਂ ਪਲਾਨ ਕਰਕੇ ਨਹੀਂ ਉਤਰੇ, ਠੀਕ ਹੈ, ਜਿਹਦੇ ਆਬਜੈਕਟਿਵਸ ਕੁਝ ਹੋਰ ਹੈ ਤੇ ਅਨਾਉਂਸਮੈਂਟ ਕੁਝ ਹੋਰ ਹੋ ਰਹੀ ਹੈ, ਸਟੇਟਮੈਂਟ ਕੁਝ ਹੋਰ ਹੋ ਰਹੀਆਂ ਨੇ, ਹੂੰ। ਤੇ ਉਹ ਬੜਾ ਵੱਡਾ ਇੱਕ ਹਿਊਜ ਮਿਸਮੈਚ ਹੈ ਜਿਹਦੇ ਵਿੱਚ ਆਬਜੈਕਟਿਵਸ ਕਲੀਅਰ ਨਹੀਂ ਹੈ। ਉਹ ਅਮਰੀਕਾ ਦੇ ਵਿੱਚ ਤੁਸੀਂ ਆਪ ਹੀ ਦੇਖਿਆ ਹੈ, ਈਵਨ ਮਿਸਟਰ ਡੋਨਲਡ ਟਰੰਪ ਹੀ ਇਜ਼ ਨਾਟ ਕਲੀਅਰ। ਇਹਨਾਂ ਦੀ ਸਟੇਟਮੈਂਟ ਬਹੁਤ ਜ਼ਿਆਦਾ ਫਲਕਚੁਏਟਿੰਗ ਨੇ, ਕਦੇ ਇਸ ਕੋਨੇ ਤੇ ਹੁੰਦੇ ਆ, ਕਦੇ ਉਸ ਕੋਨੇ ਤੇ ਹੁੰਦੇ ਨੇ, ਜਿਹੜੇ ਹੀ ਕੈਪਟ ਔਨ ਚੇਂਜਿੰਗ ਹਿਸ ਸਟੈਂਸਸ। ਤੇ ਉੱਥੋਂ ਪਤਾ ਲੱਗਦਾ ਕਿ ਕੁਝ ਸੋਚੀ ਸਮਝੇ ਤਰੀਕੇ ਨਾਲ ਇਹਨਾਂ ਨੇ ਇਹ ਕਦਮ ਨਹੀਂ ਚੁੱਕਿਆ। ਤੇ ਹੁਣ ਲੜਾਈ ਤਾਂ ਬਹੁਤ ਵੱਡਾ ਇੱਕ ਮੰਜ਼ਰ ਖੁੱਲ ਗਿਆ ਤੇ ਜਿਸ ਤੋਂ ਬਾਅਦ ਸਟ੍ਰੇਟ ਆਫ ਹਾਰਮੁਜ਼ ਵਾਸ ਆਲਵੇਜ਼ ਓਪਨ ਹੂੰ। ਐਂਡ ਨੋਬਡੀ ਨਿਊ ਅਬਾਊਟ ਇਟ। ਹੂੰ। ਸਾਨੂੰ ਕਿਸੇ ਨੂੰ ਇਹਦਾ ਨਾਂ ਨਹੀਂ ਸੀ ਪਤਾ, ਈਵਨ ਮੈਨੂੰ ਵੀ ਨਹੀਂ ਸੀ ਪਤਾ ਜਿਓਗ੍ਰਾਫੀ ਤੇ ਕਿ ਇਹਦੀ ਕਿੰਨੀ ਲੋਕੇਸ਼ਨ। ਅੱਜ ਮੈਨੂੰ ਲੱਗਦਾ ਦੁਨੀਆ 'ਚ ਸ਼ਾਇਦ ਹੀ ਕੋਈ ਜਿਹਦੇ ਕੰਨ ਕੰਮ ਕਰਦੇ ਹੋਣਗੇ, ਜੀ। ਉਸ ਬੰਦੇ ਨੂੰ ਇਹ ਨਹੀਂ ਹੋ ਸਕਦਾ ਕਿ ਸਟੇਟ ਆਫ ਹਾਰਮੁਜ਼ ਸ਼ਬਦ ਉਹਦੇ ਕੰਨਾਂ ਦੇ ਵਿੱਚ ਕੰਪਨ ਬਣ ਕੇ ਉਹਦੇ ਦਿਮਾਗ ਤੱਕ ਨਾ ਪਹੁੰਚਿਆ ਹੋਵੇ। ਜੀ। ਸੋ ਸਟੇਟ ਆਫ ਹਾਰਮੁਜ਼ ਉਹਦਾ ਕਿੰਨਾ 21 21 ਮੀਲ ਦਾ ਉਹਦਾ ਸਭ ਤੋਂ ਤੰਗ ਰਸਤਾ ਆ, ਦੁਨੀਆ 'ਚ ਸਭ ਨੂੰ ਪਤਾ ਲੱਗ ਗਿਆ। ਇਟ ਵਾਸ ਆਲਵੇਜ਼ ਓਪਨ ਐਂਡ ਇਟ ਵਾਸ ਆਲਵੇਜ਼ ਟੋਲ ਫ੍ਰੀ। ਹੂੰ। ਨਾਓ ਇਟ ਇਜ਼ ਕਲੋਜ਼ਡ ਐਂਡ ਹੈਵੀਲੀ ਟੋਲਡ। $20 ਲੱਖ ਉੱਥੇ ਤਕਰੀਬਨ ਕਹਿੰਦੇ ਆ ਵੀ ਇੱਕ ਸ਼ਿਪ ਦੇ ਪਾਸ ਕਰਨ ਦਾ ਹੋਣਾ, ਟੋਲ ਲਈ ਜਾ ਰਹੀ ਹੈ ਜੀ। ਈਰਾਨ ਦੇ ਵੱਲੋਂ। ਤੇ ਇਹ ਪੰਗਾ ਖੜਾ ਕਿਉਂ ਕੀਤਾ ਗਿਆ ਜਿੱਥੇ ਫ੍ਰੀ ਫਲੋਇੰਗ ਆਇਲ ਆਲਰੇਡੀ ਚੱਲ ਰਿਹਾ ਸੀ, ਹੂੰ। ਐਂਡ ਯੂ ਹੈਵ ਆਲਰੇਡੀ 6 ਗਲਫ ਕੰਟਰੀਜ਼ ਹੂ ਆਰ ਅਲਾਈਨਡ ਵਿਦ ਯੂ, ਹੂੰ। ਜਿੱਥੇ ਬੜੇ ਅੱਛੇ ਨੈਚੁਰਲ ਰਿਸੋਰਸਸ ਨੇ। ਬਟ ਫॉर द ਪਾਸਟ ਓਵਰ 45 ਐਂਡ 50 ਇਅਰਸ ਈਰਾਨ ਦੇ ਵਿੱਚੋਂ ਇੰਨੇ ਕਿੰਨੇ ਕੁ ਖੂਹ ਨਿਕਲੇ ਹੋਣੇ ਆ, ਔਰ ਤੇਲ ਦੀ ਇਕਨੋਮੀ ਕਿੰਨੀ ਕਿਤੇ ਰਹਿਣੀ ਹੈ, ਹੂੰ। ਉਹਦਾ ਕੋਈ ਲੌਜਿਕ ਸਮਝ ਨਹੀਂ ਆ ਰਿਹਾ ਕਿ ਤੁਸੀਂ ਸਾਰਾ ਹੀ ਸਿਸਟਮ ਬੰਦ ਕਰਵਾ ਲਿਆ। ਸੋ ਉਹਦੇ ਵਿੱਚ ਕੋਈ ਬਿਜ਼ਨਸ ਪਲਾਨ ਨਹੀਂ ਹੈ। ਜਿਵੇਂ ਪਹਿਲਾਂ ਇਰਾਕ ਤੇ ਹਮਲਿਆਂ ਵੇਲੇ ਕਹਿੰਦੇ ਸੀ ਨਾ ਵੀ ਤੇਲ ਦੇ ਖੂਹਾਂ ਦਾ ਜ਼ਮਾਨਾ ਸੀ ਉਹ, ਹੂੰ। ਕਿ ਤੇਲ ਤੇ ਕਬਜ਼ੇ ਕਰੋ। ਉਸ ਤੋਂ ਹੋਰ 30 ਸਾਲ ਪਿੱਛੇ ਜਾਓ ਤੇ ਉਹ ਜਦੋਂ ਅਸੀਂ ਕਹਿੰਦੇ ਆ 20ਵੀਂ ਸਦੀ ਦਾ ਸ਼ੁਰੂ ਕਰਦੇ ਆ ਆਪਾਂ, ਜਿਵੇਂ 1900s ਤੋਂ, ਜੀ। ਉਦੋਂ ਨਵਾਂ-ਨਵਾਂ ਤੇਲ ਰਿਕਵਰ ਹੋਇਆ। ਪਹਿਲਾਂ ਈਰਾਨ ਵਾਲੇ ਪਾਸੇ ਡੱਚ ਆਏ, ਫਿਰ ਬਾਅਦ ਚੋਂ ਬ੍ਰਿਟਿਸ਼ ਨੂੰ ਪਤਾ ਲੱਗਿਆ। ਹੂੰ। ਉਹ ਜ਼ਮਾਨੇ ਹੋਰ ਸੀ ਕੁਛ। ਹੁਣ ਤੇਲ ਦੀ ਉਨੀ ਰਿਲਾਇਬਿਲਿਟੀ ਨਹੀਂ, ਇਟਸ ਨੋ ਲੋਂਗਰ ਦੈਟ ਲਿਕੁਇਡ ਗੋਲਡ। ਹੂੰ। ਬਟ ਫਿਰ ਲੜਾਈ ਕੀਤੀ ਕਿਉਂ? ਲੜਾਈ ਕੀਤੀ ਕਿਉਂ? ਉਹਦੇ ਵਿੱਚ ਆਉਂਦਾ ਕਿ ਐਪਸਟੀਨ ਰਜੀਮ ਹੈ ਜੋ, ਹੂੰ। ਇਹਦਾ ਇੱਕ ਬੜਾ ਵੱਡਾ ਫੈਕਟਰ ਹੈ ਜਿਹਨੇ ਸਾਰਾ ਕੁਝ ਡਿਸਕਲੋਜ਼ ਕਰਤਾ ਪੈਰਲਲ ਸਿਸਟਮ ਤੇ, ਹੂੰ। ਜਿਹਦੇ ਕਰਕੇ ਥੋੜਾ ਜਿਹਾ ਸਮਝਣਾ ਆਸਾਨ ਹੋ ਗਿਆ। ਅਦਰਵਾਈਜ਼ ਦੇ ਹੈਵ ਅ ਵੈਰੀ ਰੋਬਸਟ ਪ੍ਰੋਪੇਗੈਂਡਾ ਸਿਸਟਮ। ਤੇ ਉਹ ਆਪਣੀ ਗੱਲ ਜਚਾ ਲੈਂਦੇ ਸੀ ਬਾਅਦ 'ਚ, ਚਾਹੇ ਵੈਪਨ ਆਫ ਮਾਸ ਡਿਸਟਰਕਸ਼ਨ ਨਹੀਂ ਵੀ ਮਿਲੇ, ਹੂੰ। ਪਰ ਇੱਕ ਕਹਾਣੀ ਦੇ ਸੋਲਡ ਇਟ ਹਨਾ, ਐਂਡ ਇਟ ਗਿਵਨ them the desired consequences ਕਿ ਤੇਲ ਦੇ ਖੂਹਾਂ ਤੇ ਕਬਜ਼ਾ ਕਰ ਲਿਆ ਇਹ ਉਹ। ਇਸ ਵਾਰ ਇਸ ਕਰਕੇ ਨਹੀਂ ਹੋਈ ਕਿਉਂਕਿ ਇਹ ਸਾਰਿਆਂ ਦਾ ਲੂਜ਼ ਕਰੈਕਟਰ ਵਾਲੀ ਇੱਕ ਟੀਮ ਬਣ ਗਈ, ਹੂੰ। ਠੀਕ ਹੈ ਨਾ। ਤੇ ਮਿਸਟਰ ਟਰੰਪ, ਪਹਿਲੀ ਗੱਲ, ਮਿਸਟਰ ਟਰੰਪ ਜਦੋਂ ਪਿਛਲੀ ਟਰਮ ਦੇ ਵਿੱਚ ਇਹ ਰਹੇ ਨੇ, ਕਾਫੀ ਕੰਟਰੋਵਰਸ਼ੀਅਲ ਸੀ। ਤੇ ਜੋ ਬਾਈਡਨ ਨੂੰ ਨੈਚੁਰਲੀ ਡੈਮੋਕ੍ਰੇਟ ਦਾ ਰਸਤਾ ਟਰੰਪ ਨਹੀਂ ਬਣਾਇਆ ਕਿਉਂਕਿ ਟਰੰਪ ਅਨਪੋਪੂਲਰ ਹੋ ਗਏ। ਸੈਕਿੰਡ ਟਾਈਮ ਟਰੰਪ ਨੇ ਜੋ ਅਨਾਉਂਸਮੈਂਟ ਕੀਤੀਆਂ, ਉਹ ਲੋਕਾਂ ਨੂੰ ਦਿਲ ਜਿੱਤ ਗਈਆਂ ਕਿ ਯਾਰ ਆਪਾਂ ਹੁਣ ਜੰਗ ਨਹੀਂ ਕਰਨੀ। ਸਭ ਇਲੀਗਲ ਜੰਗਾਂ ਨੇ, ਇਹਨੇ ਅਮਰੀਕਾ ਦਾ ਨੁਕਸਾਨ ਕੀਤਾ। ਹੂੰ। ਤੇ ਪੀਪਲ ਥੌਟ ਵੀ ਯਾਰ ਇਹ ਬੰਦਾ ਹੈਗਾ ਤਾਂ ਹੈ, ਕੁਝ ਕਹਿਣਾ ਕਰਨਾ ਇਹਦੇ ਇੱਕ ਬਰਾਬਰ ਹੀ ਆ। ਇੱਕ ਗੱਲ ਤੇ ਇਹਦੀ ਸੀਗੀ, ਜੀ। ਇਹ ਬੜੀ ਠੋਕ ਕੇ ਸੌਖੀ ਭਾਸ਼ਾ 'ਚ ਗੱਲ ਕਰਦਾ ਹੈ ਤੇ ਜੋ ਕਹਿੰਦਾ ਉਹ ਕਰ ਦਿੰਦਾ ਹੈ। ਘੈਂਟ ਜਿਹਾ ਬੰਦਾ ਟਾਈਪ ਫਿਗਰ ਬਣਾਤੀ ਉਹਦੀ। ਜੀ। ਤੇ ਉਹ ਨੋ ਵਾਰ ਕਰਕੇ ਆਇਆ ਤੇ ਆਉਂਦੇ ਸਾਰ ਜਦੋਂ ਇਹ ਫਸ ਗਿਆ, ਫਿਰ ਇਹਨੂੰ ਇਜ਼ਰਾਈਲੀ ਲੌਬੀ ਹੈ ਜਿਹੜੀ ਕਿ ਏਪੈਕ ਦਾ ਨਾਂ ਬੜਾ ਆਉਂਦਾ, ਅਮਰੀਕਨ ਇਜ਼ਰਾਈਲ ਪਬਲਿਕ ਅਫੇਅਰਸ ਕਮੇਟੀ।
ਉਹਦੀ ਫੰਡਿੰਗ ਤੇ ਫਿਰ ਮਰੀਮ ਦੀ ਫੰਡਿੰਗ $300 ਮਿਲੀਅਨ ਹੂੰ, ਤਕਰੀਬਨ ਉਹਨਾਂ ਨੇ ਇੱਕ ਐਸਾ ਬੰਦਾ ਚਾਹੀਦਾ ਸੀ ਇਜ਼ਰਾਈਲ ਨੂੰ ਕਿ ਜਿਹੜਾ ਬੰਦਾ ਸਾਡੀ ਕਠਪੁਤਲੀ ਬਣ ਜਾਏ। ਔਰ ਇਹਨਾਂ ਦਾ ਜਿਵੇਂ ਐਪਸਟੀਨ ਰਜੀਮ ਦੇ ਵਿੱਚ ਨਾ ਆਉਣ ਕਰਕੇ ਤੇ ਹੋਰ ਗੱਲਾਂ 'ਚ ਫਸੇ ਹੋਣ ਕਰਕੇ ਹੂੰ, ਤਾਂ ਟਰੰਪ ਇੱਕ ਮੈਨੂਵਰੇਬਲ ਸੀਗਾ ਪ੍ਰੈਜ਼ੀਡੈਂਟ ਜਿਹੜਾ ਉਹਨਾਂ ਨੂੰ ਅਵੇਲੇਬਲ ਹੋ ਗਿਆ। ਜੀ, ਔਰ ਦੂਸਰੇ ਪਾਸੇ ਨੇਤਾਨਯਾਹੂ ਹੈ ਜਿਹੜਾ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ, ਉਹ 250 ਮਿਲੀਅਨ ਪਤਾ ਨਹੀਂ ਕਿੰਨੇ ਇਸ ਤੋਂ ਜ਼ਿਆਦਾ ਘੱਟ ਵੱਧ ਹੋਣਗੇ, ਮੋਟੀ ਜਿਹੀ ਇੱਕ ਫਿਗਰ ਹੈ। ਤੇ ਉਹਦੇ ਕਰਪਸ਼ਨ ਦੇ ਉਹਦੇ ਤੇ ਮਾਮਲੇ ਆ, ਹੋਰ ਵੀ ਬਹੁਤ ਕੁਝ ਹੈ। ਈਵਨ ਹੀ ਇਜ਼ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਉਹਨੂੰ ਵਾਰ ਕ੍ਰਿਮੀਨਲ ਵੀ ਐਲਾਨਿਆ ਹੋਇਆ। ਬੜੇ ਦੇਸ਼ਾਂ ਦੇ ਵਿੱਚ 125 ਦੇ ਕਰੀਬ ਉਹਦੇ ਗ੍ਰਿਫਤਾਰੀ ਦੇ ਵਾਰੰਟ ਨਿਕਲੇ ਹੋਏ ਨੇ। ਐਂਡ ਥਰਡ ਪੁਆਇੰਟ ਇਜ਼ ਦੈਟ ਪਹਿਲਾਂ ਤੇ ਕਰਪਸ਼ਨ ਹੋ ਗਈ, ਫਿਰ ਉਹਨੇ ਪਾਰਡਨ ਦੀ ਅਪੀਲ ਕੀਤੀ ਸੀ ਪ੍ਰੈਜ਼ੀਡੈਂਟ ਆਫ ਇਜ਼ਰਾਈਲ ਨੂੰ, ਜੀ, ਉਹ ਉਹਦੀ ਡਿਕਲਾਈਨ ਹੋ ਗਈ। ਹੂੰ, ਤਾਂ ਮਤਲਬ ਕਿ ਉਹ ਵੀ ਉਨੀ ਦੇਰ ਤੱਕ ਕੁਰਸੀ ਤੇ ਬੈਠ ਸਕਦਾ ਜਿੰਨੀ ਦੇਰ ਤੱਕ ਦੇਸ਼ 'ਚ ਐਮਰਜੈਂਸੀ ਲੱਗੀ ਹੈ। ਹੂੰ, ਐਮਰਜੈਂਸੀ ਉਦੋਂ ਹੀ ਲੱਗੂਗੀ ਜਦੋਂ ਲੜਾਈ ਪਊਗੀ। ਇਹੀ ਹਾਲਾਤ ਜ਼ੇਲੈਂਸਕੀ ਦੇ ਆ। ਹੂੰ, ਜ਼ੇਲੈਂਸਕੀ ਦੀ ਟਰਮ ਵੀ 2014 ਦੀ ਮੁੱਕੀ ਹੋਈ ਹੈ। ਉਹ ਜਿੰਨੀ ਦੇਰ ਤੱਕ ਜੰਗ ਜਾਰੀ ਰੱਖਣਾ ਇਹਨਾਂ ਲਈ ਇੱਕ ਕੁਰਸੀ ਤੇ ਬੈਠਣ ਦਾ ਤੇ ਇੱਕ ਤਰ੍ਹਾਂ ਦੀ ਇਮਿਊਨਿਟੀ ਦੇ ਜ਼ੋਨ 'ਚ ਰਹਿਣ ਦਾ ਤਰੀਕਾ ਆ। ਹੂੰ, ਕਿ ਈਵਨ ਮਿਸਟਰ ਟਰੰਪ ਦੇ ਵੀ ਤੁਸੀਂ ਦੇਖੋ, ਉਹਨਾਂ ਦਾ ਇੱਕ ਵੀਡੀਓ ਮਿਲ ਜਾਣਾ ਤੁਹਾਨੂੰ। ਉਹ ਹੀ ਇਜ਼ ਓਪਨਲੀ ਸੇਇੰਗ ਐਂਡ ਮੇਕਿੰਗ ਐਨ ਅਪੀਲ ਟੂ ਆਲ ਦੀ ਰਿਪਬਲਿਕਨਸ ਕਿ ਬਾਈ ਦੇਖ ਲਓ, ਮੈਨੂੰ ਵੋਟ ਪਾ ਦਿਓ, ਨਹੀਂ ਮੇਰੀ ਇੰਪੀਚਮੈਂਟ ਹੋ ਜਾਣੀ ਹੈ। ਹੂੰ, ਜੀ, ਤੇ ਉਹ ਹਾਂ, ਇਹ ਉਹ ਇਮਿਊਨਿਟੀ ਦੇ ਵਿੱਚ ਬੈਠੇ ਨੇ। ਹੂੰ, ਵਾਰ ਦੇ ਕੋਈ ਕਨਸੀਕੁਐਂਸਸ ਤੇ ਰਿਜ਼ਲਟਸ ਨਹੀਂ। ਔਰ ਦੂਸਰੀ ਗੱਲ ਹੈ ਕਿ ਇਸਰਾਈਲ ਦੀ ਔਰ USA ਦੀ CIA ਹੂੰ, ਐਨ ਮੋਸਾਦ, ਉਹਨਾਂ ਨੇ ਦੱਸਤਾ ਸੀ ਕਿ ਇਹ ਆਪਰੇਸ਼ਨ ਕਾਮਯਾਬ ਨਹੀਂ ਹੋਣਾ। ਠੀਕ ਹੈ, ਦੁਨੀਆ ਦੀ ਇਹਨਾਂ ਨੂੰ ਪਤਾ ਹੁੰਦਾ ਇੱਕ ਦੂਜੇ ਦੀ ਤਿਆਰੀਆਂ। ਉੱਤੋਂ ਮਿਲਟਰੀ ਆਫੀਸ਼ੀਅਲਸ ਨੇ ਵੀ ਕਿਹਾ, ਜੀ, ਪਰ ਮਿਲਟਰੀ ਅਫਸਰ ਇਹ ਨਹੀਂ ਕਹਿ ਸਕਦੇ ਵੀ ਇਹ ਜੰਗ ਕਾਮਯਾਬ ਨਹੀਂ ਹੋਣੀ ਤੇ ਅਸੀਂ ਨਹੀਂ ਕਰਨੀ। ਹੂੰ, ਉਹਨਾਂ ਨੂੰ ਕਰਨੀ ਪੈਣੀ ਹੈ ਕਿਉਂਕਿ ਪ੍ਰੈਜ਼ੀਡੈਂਟ ਦਾ ਹੁਕਮ ਹੈ। ਹੂੰ, ਪਰ ਉਹਨਾਂ ਨੇ ਸਾਰੀਆਂ ਕੈਲਕੂਲੇਸ਼ਨ ਇਹਨਾਂ ਨੂੰ ਆਲਰੇਡੀ ਦੇ ਦਿੱਤੀਆਂ ਸੀ ਹੂੰ, ਕਿ ਇਹਦੇ ਵਿੱਚੋਂ ਕੁਝ ਨਹੀਂ ਨਿਕਲਣਾ, ਆਪਾਂ ਪੈਂਦੀ ਸਰ ਫਸ ਜਾਾਂਗੇ। ਜੀ, ਔਰ ਇਸੇ ਕਰਕੇ ਤੁਸੀਂ ਜੋ ਦੇਖ ਰਹੇ ਹੋ ਕਿ ਕਦੇ 2 ਦਿਨ ਦੀ ਮੋਹਲਤ ਦੇਤੀ, ਕਿਤੇ 4 ਦਿਨ ਦੀ, ਕਿਤੇ 5 ਦੀ, ਹੁਣ 10 ਦਿਨਾਂ ਤੇ ਆ ਗਏ। ਹੂੰ, ਤੇ ਕੋਈ ਮੰਗ ਹੀ ਨਹੀਂ ਰਿਹਾ ਮੋਹਲਤ, ਤਾਂ ਕੋਈ ਮੰਗ ਹੀ ਨਹੀਂ ਰਿਹਾ ਉਹਨਾਂ ਤੋਂ। ਹੂੰ, ਨੋਬਡੀ ਇਜ਼ ਟਾਕਿੰਗ ਵਿਦ them। ਉਹ ਕਹਿੰਦੇ ਤੁਸੀਂ ਸਾਨੂੰ ਬੈਕ ਸਟੈਪ ਕੀਤਾ ਅਰਲੀਅਰ ਟਾਕਸ ਦੇ ਵਿੱਚ। ਠੀਕ ਹੈ, ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਰਹੇ, ਤੁਸੀਂ ਸਾਡੇ ਤੇ ਅਟੈਕ ਕਰਤਾ ਤੇ ਖੋਮੇਨੀ ਏਦਾਂ ਹੀ ਬੈਠੇ ਬੈਠੇ ਮਾਰੇਗੇ। ਹੂੰ, ਤੇ ਹੁਣ ਤਾਂ ਕਹਿੰਦੇ ਤੁਹਾਡੇ ਨਾਲ ਗੱਲ ਕਰਨ ਦਾ ਫਾਇਦਾ ਨਹੀਂ। ਸੋ ਜੀ, ਇੱਥੇ ਕਿ ਜੇ ਗੱਲ ਰੁਕੀ ਹੈ, ਹੂੰ, ਆਬਜੈਕਟਿਵ ਤੇ ਇਹਦੇ ਵਿੱਚ ਕੋਈ है नहीं गा। जी, सिद्धू साहब ये बताइए कि या अभी जो जो मंसूबे बनते हुए दिख रहे हैं, क्योंकि इजराइल की तरफ से भी इशारा किया गया है और यूनाइटेड स्टेट्स भी कहता रहता है कि जो खर्ग है, जहां पर 90% या इनका तेल का प्रोडक्शन होता है ईरान का, तो हम्म वहां पर जो है कब्जा बनाने की कोशिश हो रही है। अब कुछ तो हम हम्म अंदाजा लगा सकते हैं, क्योंकि अब मरीन्स अगर 5,000 उधर तैनात किए जा रहे हैं, 82nd एयरबोर्न डिवीजन अपने 1,000 पैराट्रूपर्स को भेज रही है, तो शांति के लिए तो नहीं भेज रहे होंगे, नहीं मतलब कुछ तो ऐसा नहीं नहीं प्लान इनका होगा। लेकिन क्या कितनी मुश्किल आपको लग रही है कि एक्चुअल में बूट्स ऑन द ग्राउंड उतार के ईरान की जमीन पे कब्जा करना कितना मुश्किल होगा? हाँ जी, एक दो चीजें हम देख लेते हैं। क्या कई बार क्या होता है ना, जब हमने कोई चीज पढ़ते हैं, हम्म, स्पेशली ज्योग्राफी के बारे में, एक बार दुनिया का नक्शा अपने सामने खोल लीजिए। हमेशा अभी भी अगर आप मुझसे बात करें तो हम्म, कंप्यूटर पे अभी भी खोल के देखिएगा। हम्म, हम्म, जो मैं कहूंगा उसके साथ आप मिलान करके देखोगे तो आपको थोड़ा सा अंदाजा होगा कि कहा क्या जा रहा है। अब हम्म, देखिए, इनके मिलिट्री बेसिस पहले से ही है। हम्म, दे हैव ओवर 800 मिलिट्री बेसिस अक्रॉस द वर्ल्ड। हम्म, हम्म, ठीक है, जी, तो नए बूट उतारने से पहले इनके थाउजेंड्स ऑफ सोल्जर्स दे वर ऑलरेडी स्टेशन्ड हम्म, देयर। इराक में भी हैं, यूए में भी हैं, जिन्होंने इसको एनसर्कल किया हुआ है ईरान को। हम्म, ठीक है जी। द मोमेंट खोमेनी अतयुल्लाह अली खोमेनी का कत्ल हुआ, ठीक है, पहला जब हमला हुआ, हम्म, तो उसके बाद इनको पता लगा कि हाउ मेनी टारगेट्स वर लॉक्ड हम्म, और ईरान की प्रिसीजन क्या है। हम्म, तो ईरान का एक फॉर्मूला था, इट्स वॉर ऑफ एट्रिशन हम्म, एंड asymmetrical war. These हम्म, are the two technical terms. जी, So war of attrition में क्या है कि भगा भगा कर मारेंगे। हम्म, हम्म, ठीक है ना, मारेंगे नहीं, हम्म, भगा भगा कर मारेंगे। हम्म, तो उसमें attrition में क्या होता है कि they will make you exhausted। हम्म, ठीक है, एक बार होता है ना भी मुझे गोली मार दी, मैं मर गया, कोलैप्स हो गया उसी वक्त। हम्म, अब है कि पीट पीट के डंडे से पीटेंगे, तो हम्म, डंडे से मरने में लगेंगे टाइम। हम्म, हम्म, 2 घंटे भी लग सकते हैं, ज्यादा भी लग सकता है। भी मारोगे कहाँ, अगर मेरी टांग पे ही आप मारते रहे हम्म, तो मैं तो 10 दिन नहीं मरूंगा, क्योंकि टांग इज नॉट अ वाइटल ऑर्गन। हम्म, ठीक है, पेन बड़ी होगी मुझे। तो दिस इज वॉर ऑफ एट्रिशन एंड द सेकंड टर्म इज असिमेट्रिकल वॉर। हम्म, अब उसमें क्या हुआ
कि इनके पास जो वेपन्स है ना वो बड़े मैसिव हैं दिखाने वाले, बड़े डोले वाले, जैसे होता है ना बॉडी बिल्डर बंदा बाहर आता है टाइट टी शर्ट वाला। तो एक होता भी बंदा स्मार्ट है, वो उसको किसी और ढंग से पेल देता है। अब ये तो बुलडोज करके आए थे, ठीक है? तो इनका बैलिस्टिक मिसाइल को इंटरसेप्ट करने के तरीके हैं। रडार इन्होंने लगा रखी है अल उदीद में। वो रडार जो इनकी $1 बिलियन के अराउंड उसकी कॉस्ट बताते हैं, वो रडार 5000 किलोमीटर के सर्कल को, उसमें किसी भी मिलिट्री एक्टिविटी को डिटेक्ट कर लेती है। उसके बाद वो इंफॉर्मेशन, उसे कहते हैं अर्ली डिटेक्शन सिस्टम। तो उसके बाद वो इंफॉर्मेशन दी जाती है एनालिसिस करने के लिए भी वो एक्टिविटी है क्या। ऐसे कहीं आग लग गई, कोई तेल के कुएं में आग लगी, या कोई मिसाइल चल रही है, या कितनी वेलोसिटी वाली निकलेगी, कैसी ट्रेजेक्टरी बनाएगी। तो उसकी असेसमेंट कंप्यूटर पे करने के बाद, जिसको हम बोलते हैं ना, जो आखिरी में आता है एयर डिफेंस सिस्टम, ठीक है, इंटरसेप्टर्स, जो पैट्रियट है इनका, जो थार्ड है, वो मिसाइल लॉन्च की जाती हैं, ठीक है जी। वो मिसाइल जाके जो आने वाली मिसाइल है उसमें टकरा के उसको ध्वस्त कर देती है, उड़ा देती है, डिफ्यूज कर देती है। तो ये तो इनका प्लान था। जब खोमेनी की हत्या हुई, उसके कुछ ही देर बाद सीधी एक गई मिसाइल, हाँ ड्रोन गया, मिसाइल नहीं गई, ड्रोन गया, और उसी रडार को उसने तबाह कर दिया। मैंने कहा पहली जो पहला तीर चलाया ना ईरान ने, सीधा आंख में मारा, सीधा आंख में मारा, आंख बंद हो गई। तो जो वॉर कैरियर जो इनके वो लगे होते हैं, क्या कहते हैं उसको, मैं, एयरक्राफ्ट कैरियर्स, बड़े शिप, उनको जो डेटा जाना है, वो सारा सिस्टम इनका कोलैप्स होने लग गया। इंफॉर्मेशन ब्लाइंड, दे मेड देम, जैसे कहते हैं डेफ एंड डम एट द वेरी फर्स्ट स्टेज। तो उसमें भी क्या हुआ कि बड़ी मिसाइल का इस्तेमाल नहीं किया गया। होता क्या है कि बड़ी क्यों नहीं की गई, अब आ गया वो वॉर ऑफ, जिसको दूसरे हमने रखा था असिमेट्रिकल वॉर। उसमें इन्होंने जो शाहिद 135 136 वाले ड्रोन यूज किए हैं, 50 हॉर्स पावर का इंजन है, और मोटरसाइकिल जैसी आवाज है, वो पिट जैसी पर करके चलते हैं वो। अब वो एक ड्रोन, आप अंदाजा लगाओ कि एक हल्का सा जहाज बनाया 10-20 हजार डॉलर का, वो 2000 किलोमीटर, 20 लेयर्स ऑफ एयर डिफेंस उसको पार करके आया, क्योंकि वो देखते हैं कि कोई बड़ी चीज आएगी उसको रुकेंगे। उन्होंने स्टाइल ये रखा कि छोटे छोटे कंकर पत्थर फेंको, इतने फेंको कि कोई ना कोई नुकसान करेंगे। जिसको अगर इंटरसेप्ट करने के लिए मिसाइल छोड़ेंगे, तो पैट्रियट की एक मिसाइल है जो, वो $40 लाख की है, एक मिसाइल। अब 20,000 का ड्रोन आपने फेंक दिया, अब आप काउंटिंग करोगे कंप्यूटर पे भी, यार इसको उड़ाएंगे ना। वो कह रहे हैं यार इतनी छोटी चीज उड़ाने के लिए मतलब 40 लाख गए, और 3 चलानी पड़ती है एवरेज, क्योंकि कोई निशाने पे लगेगी, कोई नहीं लगेगी। और वो आता भी वो 200 किलोमीटर की स्पीड पे। उनमें से ऐसे छोटे ड्रोन्स ने इनका जो, उनकी जो स्ट्रेटेजी थी कि इनका डिफेंस सिस्टम डिप्लीट कर दो। छोटी चीज को रोकेंगे तब भी घाटे में जाएंगे, हमारा 20,000 का नुकसान होगा, इनका 40 गया। वैसे तो $1.25 करोड़ लग गया, 3 छोड़नी पड़ेंगी। तो होता है कि जब तक हम बड़ी मिसाइल छोड़ेंगे, उसके पहले इनका एयर डिफेंस सिस्टम बेकार कर दो। अब वहां के जो फौजी ठिकाने हैं वो तो ऑलरेडी डिसेबल्ड कर रखे हैं उन्होंने, नहीं तो वहां तो आप दहाकों से बैठे हो, है ना, 10-10 साल से बैठे हो वहां आप। तो अगर वहां 10-10 साल से बैठे फौजी कुछ नहीं कर पाए, जहां पूरा एक सेटअप किया है ओवर द इयर्स, तो आज आप पैराशूट से कितना सामान लेके उतरोगे ना, गन्स ही लेके उतरोगे, कोई मिसाइल थोड़ी होगी बैटरी आपके ऊपर। नो वन कैन कैरी, जैसे कहते हैं, $4 मिलियन की मिसाइल ऑन हिज शोल्डर्स। तो वो तो गन्स लेके उतरेंगे ना, बाइनोकुलर्स होंगे, क्या लेके उतरोगे तुम। मतलब बच्चों के लिए तो अच्छी कहानी है। अब आ गया खर्ग आइलैंड। खर्ग आइलैंड है जो, ये नॉर्थ वाले तरफ है, जो इसका समंदर का जो गल्फ लगती है इसकी, पर्शियन गल्फ जिसे बोलते हैं, उसके साथ अगर आप देखोगे तो, अगर आपने ईरान का मैप खोला तो आपको खर्ग आइलैंड नहीं दिखाई देगा, आपको जूम इन करना पड़ेगा। जूम इन करते जाइए, जब आप 20 किलोमीटर तक की रेंज में आ जाओगे, तब आपको छोटा सा आइलैंड दिखाई देता है, बहुत छोटा सा है, और वहां से तेल नहीं निकलता। एक तो ये बड़ी कंफ्यूजन हो जाती है। 90% एक्सपोर्ट होता है वहां से, वो जैसे कहते हैं डॉकिंग पॉइंट है उनका, कि वहां माल लेके आओ, तो वहां से लाद के आगे जाता है। तो तेल तो ईरान के अंदर निकलता है। तो वैसा पोर्ट तो वो कहीं भी बना लेंगे। अगर उस पर कब्जा कर भी लिया, आपको थोड़ा आगे जाओ, आपके पास पूरा सऊदी अरेबिया पड़ा है, कतर पड़ा है, बहरीन पड़ा है, यूएई पड़ा है, इतनी सैकड़ों एकड़ जमीन है जो, मतलब किलोमीटर्स में, वो तो काम आई नहीं। ये टाइनी आइलैंड के ऊपर आप कितने फौजी लेके आओगे। चलो आप बिठा लो 5,000 फौजी, 5,000 फौजी लेके आना, तो आप जस्ट एक इमेजिन करो,
एक क्रूज शिप होता ना जो बड़ा, जी वो तकरीबन 5000 बंदे को लेके, तो कितना बड़ा होता वो। एब्सोल्युटली जी तो आप उसको लेके आ रहे हो, वो कोई ऐसे थोड़ी है कि रॉकेट की स्पीड पे आएगा, वो 50 किलोमीटर की स्पीड पे आएगा। इट्स अ सिटिंग डक। हम्म, जिस ईरान ने 2000 किलोमीटर पर 10-20 हजार के ड्रोन से हम्म, आपका एयरबेस उड़ा दिया, वो एक छोटे टाइनी आइलैंड विच इज 36 टू 40 किलोमीटर अवे हम्म, फ्रॉम योर शोर, अरे वहां तो जितने मर्जी पंसर कक्कर फेंक फेंक दो आप। हम्म, सो वो कह रहे, इन्होंने जब उसको वार्निंग दी ना, दैट्स व्हाई मिस्टर जो उनके फॉरेन मिनिस्टर हैं, जी अब्बास अगारची, सैयद अब्बास अगारची, ये उनको वेस्टर्न मीडिया ने पूछा, हम्म, दे आर नाउ सेंडिंग पैरा ट्रूपर्स, कहते वी आर वेटिंग फॉर देम, हम्म, जी वी आर वेटिंग फॉर देम, जस्ट कम इन आवर रेंज। हम्म, ठीक है, कम इन आवर वाटर्स, वी विल शो यू। अगर यार आपके पास इतने बड़े बड़े जेराल्ड फोर्ड, दुनिया के नामी बेड़े आपके पास थे, हम्म, वो आपने 1000 किलोमीटर दूर कर दिए। हम्म, वो खड़ग आइलैंड पे जितना इंफ्रास्ट्रक्चर चाहिए उससे ज्यादा तो आपके वारशिप पे है। जी खड़ग पे जाके तो फिटिंग करोगे आप, हम्म, फिट करोगे वहां जाके, हम्म, कोई तोप गाड़ेगा, कोई मिसाइल का एंगल सेट करेगा, शिप तो ऑलरेडी उस पोजीशन में है कि वहां से जितने मर्जी हमले करो। खड़ग आइलैंड पे 20 या 40 एयरक्राफ्ट खड़े करने में कितना टाइम लगेगा? हम्म, आपके पास तो फ्लोटिंग है हम्म, आइलैंड, और 3 है, और साथ में आपको इतने मित्र देश है। एंड if that plan is so viable and workable, जी why the NATO countries are not joining? हम्म, Those who are in dire need of oil and gas, जी जी उनको सबसे ज्यादा मार पड़ रही है ऑयल एंड गैस की, क्योंकि रशिया की सप्लाई बंद करवा दी, हम्म, वो तो समझौते टूट चुके हैं। हम्म, इस रूट से आती थी उनको, अब जी ये रूट भी बंद हो गया। यूरोप तो बंगाली पे बैठे, यूरोप तो इस वक्त उसकी जरूरत है हम्म, कि करो ईरान पे अटैक और तेल का रास्ता खुलवाओ, उनको पता है ये नहीं खुलेगा, हम्म, छोड़ दो। जी सो नो बडी इज बाइंग देयर वॉर प्लान, जो सिर्फ इसराइल और हम्म, यूएस के गले में है। और यूएस ने भी कई बार ये कह दिया जी कि हमने खुमैनी वाला जो 28 का हमला वो नहीं करना था, हम्म, लेकिन करवाया गया, इसराइल ने कर दिया तो हमें मजबूरी में करना पड़ा। हम्म तो सिद्धू साहब कॉन्ट्राडिक्टरी स्टेटमेंट। ਐਬਸੋਲੂਟਲੀ ਸਿੱਧੂ ਸਾਹਿਬ हाँ जी। ਜੇ ਆਪਾਂ ਅਮਰੀਕਾ ਦੀ ਗੱਲਬਾਤ ਕਰੀਏ ਕਿਉਂਕਿ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਦਾ ਇਹੀ ਦੁਨੀਆ ਭਰ ਨੂੰ ਆਖ ਦੇਣਾ ਕਿ ਟੈਰਿਫ ਦੀ ਤਲਵਾਰ ਮੈਂ ਤੁਹਾਡੇ ਸਭ ਦੇ ਸਿਰ ਤੇ ਲਟਕਾਉਣ ਲੱਗਾ ਤੇ ਫਿਰ ਕਦੇ ਗ੍ਰੀਨਲੈਂਡ ਦਾ ਰੁਖ ਕਰਨਾ, ਕਦੇ ਕੋਲੰਬੀਆ ਨੂੰ ਅੱਖਾਂ ਦਿਖਾਉਣੀਆਂ, ਕਦੇ ਕਿਊਬਾ ਵੱਲ ਰੁਖ ਕਰਨਾ ਤੇ ਹੁਣ ਫਿਰ ਈਰਾਨ ਦਾ ਸਾਰਾ ਜਿਹੜਾ ਆਪਾਂ ਹੁਣ ਇਸ ਵਕਤ ਜੰਗ ਦਾ ਹਾਲ ਦੇਖ ਰਹੇ ਹਾਂ। ਪਰ ਫਿਰ ਪਾਕਿਸਤਾਨ ਨੂੰ ਇਹੀ ਤਾਕੀਦ ਕਰਨਾ ਕਿ ਹੁਣ ਤੁਸੀਂ ਗੱਲਬਾਤ ਫਿਰ ਸ਼ੁਰੂ ਕਰਵਾਓ। ਸੋ ਆਖਿਰ ਅਮਰੀਕਾ ਸੋਚ ਕੀ ਰਿਹਾ ਹੈ? ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੀ ਇੱਕ ਲਫ਼ਜ਼ ਦੇ ਨਾਲ ਦੁਨੀਆ ਭਰ ਦੀ ਇਕਨੋਮੀ ਹਿੱਲ ਰਹੀ ਹੈ। ਸੋ ਤੁਸੀਂ ਕੀ ਸੋਚਦੇ ਹੋ? ਐਨਾਲਿਸਿਸ ਕੀ ਤੁਹਾਡਾ? मेरा तो यही है जी कि कंट्री बहुत बड़ा है, ਹੂੰ अमेरिका बड़ा रोह वाला है। ਜਿਹੜਾ ਵਰਲਡ ਆਰਡਰ ਇਹਨਾਂ ਨੇ ਚਲਾਇਆ ਹੈ, ਠੀਕ ਹੈ ਜੀ, ਉਹ ਇਹਨਾਂ ਦੀ ਕਮਾਨ 'ਚ ਚੱਲਦਾ ਰਿਹਾ, ਇਹਦੇ ਅੱਗੇ ਕੋਈ ਕੁਛ ਨਹੀਂ ਸੀ ਸਕਦਾ। ਪਰ ਇਹਦੀ ਇਮੇਜ ਨੂੰ, ਕਿਉਂਕਿ ਹੁਣ ਜਿਹੜਾ ਅਮਰਜਿੰਗ ਰਸ਼ੀਆ ਐਂਡ ਚਾਈਨਾ ਹੈ, ਉਹ ਬਹੁਤ ਦੇਰ ਤੋਂ ਇਹਦੀ ਪਲੈਨਿੰਗ ਕਰ ਰਿਹਾ ਕਿ ਨੋ ਮੋਰ ਹੈਜੀਮਨੀ, ਹੂੰ ਦਿਸ ਇਜ਼ ਗੋਇੰਗ ਟੂ ਬੀ ਮਲਟੀਲੇਟਰਲ ਵਰਲਡ, ਅਸੀਂ ਇਹ ਯੂਨੀਲੇਟਰਲ ਵਰਲਡ ਕਿਸੇ ਦਾ ਨਹੀਂ ਚੱਲਣ ਦੇਣਾ। ਜਿਹੜਾ ਟੈਰਿਫ ਹੈ, ਟੈਰਿਫ ਦੇ ਬਾਰੇ ਤਾਂ ਸਿਰਫ ਇੱਕੋ ਹੀ ਗੱਲ ਹੈ, ਮੈਂ ਬੜੀ ਦੇਸੀ ਕਹਿ ਦਿੰਦਾ, ਜੀ ਓਵਰ ਸਿੰਪਲੀਫਿਕੇਸ਼ਨ ਹੈ ਹੂੰ ਕਿ ਟੈਰਿਫ ਦੇ ਮਾਮਲੇ 'ਚ ਮੈਂ ਕਹੂੰਗਾ ਆਪਣੇ ਲੋਕਾਂ ਨੂੰ ਕਿ ਲੈ ਵੀ ਅੱਜ ਆਪਾਂ ਅਮਰੀਕਾ ਨੂੰ ਠੋਕ ਦੇਣਾ, ਠੀਕ ਹੈ ਜੀ। ਹੂੰ ਉਸ ਤੋਂ ਬਾਅਦ ਮੈਂ ਆਪਣੇ ਲੋਕਾਂ ਨੂੰ ਕੀ ਕਰਨਾ ਹੈ, ਹੂੰ ਉਹਨਾਂ ਨੂੰ ਮੈਂ ਅਮਰੀਕੀ ਝੰਡੇ ਦੇ ਡਿਜ਼ਾਈਨ ਵਾਲੀਆਂ ਟੀ-ਸ਼ਰਟਾਂ ਪਵਾ ਦੇਣੀਆਂ ਹੂੰ ਵੀ ਲੈ ਮੈਂ ਅਮਰੀਕਾ ਦੇ ਜੁੱਤੀਆਂ ਮਾਰਨ ਲੱਗਿਆ। ਜਦੋਂ ਮੈਂ ਜੁੱਤੀਆਂ ਮਾਰਨੀਆਂ, ਵੱਜਣੀਆਂ ਤੁਹਾਡੇ ਹੀ ਹੈ, ਕਿਉਂਕਿ ਹੂੰ ਟੀ-ਸ਼ਰਟ ਪਾਈ ਹੈ ਨਾ। ਜੀ ਹੁਣ ਟੈਰਿਫ ਪੇ ਲੋਕਾਂ ਨੇ ਕਰਨਾ ਹੈ। ਹੂੰ ਹੁਣ ਜਿਵੇਂ ਇੰਡੀਆ ਦੇ ਵਿੱਚ ਆ, ਇੰਡੀਆ 'ਚ BYD ਦੀ ਕਾਰ ਲੈਦੇ ਹੋ ਤੁਸੀਂ, ਵੈਸੇ ਉਹ 25 ਲੱਖ ਦੀ ਹੈ ਹੂੰ ਜਦੋਂ ਐਂਟਰ ਕਰਦੀ ਹੈ, ਪਰ ਉਹ ਤੇ ਇੰਡੀਆ 100% ਟੈਰਿਫ ਲਾ ਦਿੰਦਾ, ਇੱਥੇ ਲੋਕਾਂ ਨੂੰ 50 ਦੀ ਪੈਂਦੀ ਹੈ। ਹੂੰ ਤੇ ਪਈ ਤਾਂ ਕਸਟਮਰ ਦੇ ਸਿਰ ਤੇ ਨਾ, ਉਹ ਚਾਈਨਾ ਥੋੜੀ ਪੇ ਕਰਦਾ ਹੈ। ਜੀ ਹਾਂ, ਚਾਈਨਾ ਨਹੀਂ ਪੇ ਕਰਦਾ, ਇਹ ਤਾਂ ਤੁਸੀਂ ਪੇ ਕਰਨਾ ਹੈ। ਜਿੱਦਾਂ ਹੁਣ ਆਪਾਂ ਕਹਿ ਦਿੰਦੇ ਹਾਂ ਵੀ ਸਸਤੀਆਂ ਗੂਡਸ ਨੇ ਬਟ ਬਾਈ ਕੈਨੇਡੀਅਨ, ਪਰ ਜੇ ਕੈਨੇਡੀਅਨ ਪ੍ਰੋਡਕਟ ਮਹਿੰਗਾ ਹੈ, ਹੂੰ ਅਲਟੀਮੇਟਲੀ ਤੁਸੀਂ ਕੈਨੇਡਾ ਲਈ ਮਹਿੰਗਾ ਹੀ ਪ੍ਰੋਡਕਟ ਖਰੀਦੋਗੇ ਨਾ। ਹੁਣ ਜੀ ਚਾਈਨਾ ਨੇ ਕੀ ਕੀਤਾ ਵੀ ਤੁਸੀਂ ਸਾਡੇ ਨਾਲ ਲੜਾਈ ਕਰੋ, ਸਾਨੂੰ ਗਾਲਾਂ ਕੱਢੋ, ਪਰ ਮਾਲ ਸਾਡੇ ਵਿਕਦਾ, ਜਾਓ ਸੁਪਰ ਸਟੋਰ ਦੇ ਉੱਪਰ ਜਾਓ ਤੁਸੀਂ, ਹੂੰ ਵਾਲਮਾਰਟ, ਠੀਕ ਹੈ। ਜੀ ਉਹ ਮੈਨੂੰ ਕੀ ਯਾਰ, ਮੇਰੇ ਪੈਸੇ ਬਣੇ ਜਾਂਦੇ ਆ। 70% ਮਾਲ ਹੂੰ ਤੁਸੀਂ ਕਾਸਕੋ 'ਚ ਚਲੇ ਜਾਓ, ਤੁਸੀਂ ਇੱਧਰ ਵਾਲਮਾਰਟ 'ਚ ਚਲੇ ਜਾਓ, ਹੈਗਾ ਚਾਈਨੀਜ਼ ਹੀ ਆ। ਜੀ ਈਵਨ ਆਪਣੀ ਟੀ-ਸ਼ਰਟ ਦੇ ਪਿੱਛੇ ਵੀ ਤੁਸੀਂ ਟੈਗ ਦੇਖ ਲਓ, ਜੇ ਚਾਈਨਾ ਤੋਂ ਨਹੀਂ ਆ ਤੇ ਉਹ ਵਾਇਆ ਕੰਬੋਡੀਆ ਇਧਰੋਂ ਦੂਜੇ ਕੰਟਰੀਆਂ ਤੋਂ ਕਢਾ ਦਿੰਦੇ ਆ, ਠੀਕ ਜੀ ਹੈ, ਅਸੈਂਬਲੀ ਦਾ ਕਰਕੇ। ਹੂੰ ਸੋ ਵਪਾਰ ਚੀਨ ਨੇ ਬਹੁਤ ਅੱਛੀ ਤਰ੍ਹਾਂ ਕੰਪੀਟ ਕਰ ਲਿਆ। ਹੂੰ ਜਦੋਂ ਆਪਾਂ ਕਿਸੇ ਕੰਟਰੀ ਨੂੰ ਦੁਨੀਆ ਦੀ ਵਰਕਸ਼ਾਪ ਬਣਾਤਾ, ਹੂੰ ਇਹ ਸਾਰਿਆਂ ਦੀ ਵੱਡੀ ਗਲਤੀ ਸੀ ਇਹਨਾਂ ਦੀ।
ਕਿ ਸਸਤਾ ਮਾਲ ਬਣੂਗਾ, ਆਪਾਂ ਇੱਥੋਂ ਮਹਿੰਗਾ ਵੇਚਾਂਗੇ, ਪੈਸੇ ਕਮਾਵਾਂਗੇ। ਮੈਨੂਫੈਕਚਰਿੰਗ ਇਹਨਾਂ ਨੇ ਆਪਣੇ ਦੇਸ਼ਾਂ 'ਚ ਬੰਦ ਕਰ ਦਿੱਤੀ। ਚਾਈਨਾ ਨੇ ਮੈਨੂਫੈਕਚਰਿੰਗ ਦੇ ਵਿੱਚ ਇੰਨੀ ਉਸਤਾਦੀ ਹਾਸਲ ਕਰ ਲਈ ਕਿ ਜਿੰਨਾ ਉਹ ਸਸਤਾ ਤੇ ਵਧੀਆ ਤੇ ਜਿੰਨੀ ਪ੍ਰਾਈਸ ਦਾ ਤੁਸੀਂ ਕਹੋਗੇ, ਉਹ ਮਾਲ ਬਣਾ ਕੇ ਤਿਆਰ ਕਰ ਦਿੰਦਾ ਹੈ। ਉਹ ਕੰਪੈਟੀਟਿਵਨੈਸ 'ਚੋਂ ਆਪਾਂ ਬਾਹਰ ਹੋ ਗਏ। ਜੀ ਫਿਰ ਅੱਗੇ ਜਿਹੜੀ ਦੁਨੀਆ ਰੇਅਰ ਅਰਥ ਮਿਨਰਲਸ ਵੱਲ ਨੂੰ ਜਾ ਰਹੀ ਹੈ, ਉਧਰਲੇ ਪਾਸਿਓਂ ਆਪਾਂ ਬਾਹਰ ਹੋ ਗਏ। ਚਾਈਨਾ ਨੇ ਬਹੁਤ ਅੱਛੀ ਤਰ੍ਹਾਂ ਦੁਨੀਆ ਦਾ ਟ੍ਰੇਡ ਕੰਟਰੋਲ ਕੀਤਾ ਹੈ ਔਰ ਇਹਨਾਂ ਨੇ ਡਿਸਪਾਈਟ ਸੈਂਕਸ਼ਨਸ ਕੀਤਾ ਹੈ ਤੇ ਇਹ ਜਿਹੜੇ ਸੈਂਕਸ਼ਨ ਲਾਉਣ ਵਾਲੇ ਕੰਟਰੀ ਹੈ, ਅੱਜ ਉਹਨਾਂ ਦਾ ਦਿਵਾਲਾ ਨਿਕਲਿਆ ਪਿਆ। ਅਮਰੀਕਾ 39 ਟ੍ਰਿਲੀਅਨ ਡਾਲਰ ਦੇ ਕਰਜ਼ੇ ਹੇਠ ਹੈ, ਜਿਹਨੇ ਸਾਰੀ ਦੁਨੀਆ ਦਾ ਵਪਾਰ ਕੰਟਰੋਲ ਕੀਤਾ। ਰਸ਼ੀਆ ਉੱਤੇ 25,000 ਸੈਂਕਸ਼ਨ ਲੱਗੀਆਂ ਰਹੀਆਂ ਤੇ ਰਸ਼ੀਆ ਦੇ ਵਾਲ ਵੀ ਵਿੰਗਾ ਨਹੀਂ ਕਰ ਸਕੇ। ਅੱਜ ਉਹ ਮਜ਼ੇ ਨਾਲ ਨੋਟ ਛਾਪ ਰਿਹਾ। हम्म, ਤੇ ਭਾਰਤ ਨੂੰ ਵੀ ਕਹਤਾ ਤੇਲ ਖਰੀਦ ਲਓ। ਉਹ ਕਹਿੰਦੇ ਆਹ ਤਾਂ ਕੰਮ ਸੈੱਟ ਆ ਗਿਆ। ਜੀ ਈਰਾਨ ਦਾ ਮਾਲ ਵਿਕਦਾ ਜਾਂ ਉਹਦੀ ਮਰਜ਼ੀ ਨਾਲ ਵਿਕਦਾ, ਜਿਹੜਾ ਸਟ੍ਰੇਟ ਆਫ ਹਾਰਮੂਜ਼ ਚੋਂ ਨਿਕਲਣਾ ਹੈ। ਈਰਾਨ ਨੂੰ ਟੋਲ ਵੀ ਮਿਲਣ ਲੱਗ ਗਈ, ਤੇਲ ਵੀ ਉਹਦਾ ਵਿਕ ਰਿਹਾ ਹੈ ਤੇ ਕਹਿੰਦਾ ਜਿਹਨੇ ਲੈਣਾ ਲਓ, ਬਾਕੀ ਦਾ ਤਾਂ ਅਸੀਂ ਟੱਪਣ ਨਹੀਂ ਦੇਣਾ। ਸੋ ਤਿੰਨ ਕੰਟਰੀ ਇਸ ਵਕਤ ਬਹੁਤ ਵਧੀਆ ਬਿਜ਼ਨਸ ਕਰ ਰਿਹਾ। ਈਰਾਨ ਵੀ ਬਿਜ਼ਨਸ ਕਰ ਰਿਹਾ, ਇਜ਼ ਮੇਕਿੰਗ ਮਨੀ। यूएसए रशिया इज मेकिंग मनी, ਚਾਈਨਾ ਇਜ਼ ਮੇਕਿੰਗ ਅ ਲੋਟ ਆਫ ਮਨੀ, ਕਿਉਂਕਿ ਪੈਟਰੋ ਡਾਲਰ ਤੋਂ ਪੈਟਰੋ ਯੂਆਨ, ਉੱਥੇ ਉਹ ਈਰਾਨ ਚੋਂ ਜਿਹੜੀ ਚੀਜ਼ ਨਿਕਲਣੀ ਹੈ ਹਾਰਮੂਜ਼ ਚੋਂ, ਉਹਦੀ पेमेंट युआन ची है। जी सिद्धू साहब एक क्योंकि आपने भारत का भी जिक्र किया और मैं भी बड़ा उत्सुक हूँ कि जो एक तो चलिए गैस की किल्लत चल रही है, सरकार बोल रही है कि सब ठीक है, फिक्र की कोई बात नहीं है, हमारे पास 60 दिनों का रिजर्व है वगैरह वगैरह। उस पर लोग अलग अलग चीज़ें बोलते हैं। लेकिन मैं ये जानना चाह रहा था, मतलब अभी जो नेगोशिएशंस जो चल रहे हैं, बहुत बार हमें लगता है यहाँ बैठ करके कि भारत तो हाँ कहीं जी। नहीं दिख रहा है। और हमारे जो बड़े मुखर एक्सटर्नल अफेयर्स मिनिस्टर है, उन्होंने दलाल लफ्ज़ का इस्तेमाल कर दिया पाकिस्तान या के लिए, जो कि बड़ी हैरत अंगेज़ बात है अपने आप में, क्योंकि एक कैरियर डिप्लोमेट इस तरह की बात नहीं करते हैं। तो क्या एक डेस्परेशन हो रहा है वहाँ पे सरकार में कि अब चीज़ें बैठ एब्सोल्युटली। नहीं रही हैं, हमारी बात कोई सुन नहीं रहा है, पब्लिक को हम ये बता रहे हैं, लेकिन फिर इंटरनेशनल कम्युनिटी में हमारी अब सुनी नहीं जा रही है। क्या ये भी लग रहा है ईरान जंग से ये हुआ है? हाँ जी, शर्मा जी, देखिए, पहली बात तो ये है कि ये टेक्निकली, हाँ, पाकिस्तान से आपका नहीं अच्छा रिश्ता, वो अलग चीज़ है, लेकिन डिप्लोमैटिक लैंग्वेज ये आपकी पर्सनल चॉइस है, ठीक है? किसी हुँ, बंदे ने मतलब एक तो वो पर्सनल चॉइस है, दूसरा कई बार आप अपनी पर्सनल चॉइस को अपने वो क्या कहते हैं, ओहदे पे लेके आ जाते हो, पद पे भी ले जाते हो, वो हुँ, गलती है, वो हुँ, लैंग्वेज यूज़ करना। लेकिन अगर आज से क्या हम डिक्शनरी में ये कहें कि कोई भी जो बंदे 2 देशों के बीच में मध्यस्थता यानी मीडिएशन करवाएगा, उसके लिए शब्द दलाल ही होगा हुँ, या एक्सक्लूसिवली पाकिस्तान। हुँ, जब पाकिस्तान करता है तब दलाल हो जाता है। तो इस बातचीत करवाने वाले को दलाल कहना गलत होगा, हुँ। क्योंकि कभी ना कभी हमें भी करवानी पड़ेगी ना, हमने किसी तो देश में किया था हमें क्लेम, भारत ने तो इनफैक्ट हाँ। किया था, भारतीय जनता पार्टी ने, कि वॉर रुकवा दी यूक्रेन ने, भारत ने। रुकवा दी। हाँ, हाँ, वही मैं कह रहा हूँ, तब हमने कोई दलाली की थी। मतलब ये चीज़ होती है कि आप अपने लोगों को बहकाने के लिए या पीछे लगाने के लिए वो कर-कुर लेते हो। तो इंडिया के बारे में तो 2 बातें मैंने एक पिछले शो में भी मैंने अपनी रिकॉर्डिंग में बोली थी जी कि इंडिया पे कितना असर होगा। मैं कहा देखिए, आप इंडिया कहते किसको हो? 80% से ज़्यादा लोग तो हमारे बिल्कुल गरीब हैं, जिनको हम कागज़ों में भी नहीं है वो। ठीक है? वो सड़कों पे पता नहीं कहाँ से क्या उठा के खाते हैं। दे आर नॉट पार्ट ऑफ इकोनॉमी। तेल आए ना आए, जब स्कूटर ही नहीं है, गैस नहीं है मेरे पास, ठीक है? मैंने लकड़ियाँ उपले लेके अपनी सब्ज़ी-रोटी बनानी है, अगर मिल जाए कुछ, वो लोगों को क्या फ़र्क पड़ेगा ना, जिसको हमने कभी इकोनॉमी में शामिल ही नहीं किया। और मनमोहन सिंह के टाइम पे भी ऐसे ही हुआ था कि ही मैनेज द क्राइसिस, इंडिया डिप्रेशन में गया ही नहीं। मैंने कहा इंडिया के लोग इकोनॉमी में कितने लोग हैं? हैं? कितने लोग हैं इकोनॉमी का पार्ट हैं, जो जिनके घरों में बल्ब लगे होंगे, बिजली लगी है, पंखे कूलर हैं। अरे 80 करोड़ की जनता, भारत सरकार खुद कहती है कि हम 5 किलो अनाज देते हैं महीने का। तो वो इकोनॉमी में कहाँ आ गए? तो हमारे एक तो वो है कि ऑयल की कंजम्पशन है, पर वो ऊपर वाली मिडल क्लास और ऊपर वाले लेवल तक है। जी कनाडा में हर किसी के पास है। हुँ, कनाडा में अगर है ना गैस की सप्लाई, तो हर किसी के पास है। जी वहाँ इंडिया में ऐसा नहीं है। तो एक तो वो चक्कर था। दूसरा, अब किल्लत की बात आएगी। किल्लत की बात तो देखिए हमें पहले ही पता था कि हमें इज़राइल से क्या लेना-देना। हुँ, ठीक है? अगर या तो आप न्यूट्रल हो जाओ और या फिर आप अपनी हिस्टोरिकल रिलेशंस को देखो। तो हमने उसमें हिस्ट्री ओवर आइडियोलॉजी कर ली, हुँ, ठीक है ना? आइडियोलॉजी ओवर हिस्ट्री कर ली कि हमारी तो इनसे पटती है भई, हम तो इनके साथ हैं, लड़ने-मरने तक जाएँगे।
तो अब एक स्टांस आपने ऐसा ले लिया, उसके बाद भी अब ईरान या रशिया और चाइना ये इंडिया को पनिश नहीं करना चाहते, क्योंकि इनको अपनी रीजनल स्टेबिलिटी इनका बड़ा प्लान चल रहा है। नहीं तो चाइना के पास जितनी पावर है वो तो इंडिया से जब मर्ज़ी पंगे ले ले, और जितनी बार भी इंडिया में कोई इनकर्शन की खबरें आई हैं तो सरकार ने मना किया। हुँ, हुँ, ये नहीं हुआ, कोई इनकर्शन नहीं है। तो ऐसे ही इज़राइल में भी हो रहा है। अब देखिए इज़राइल कुछ नहीं कह रहा कि हमारे तो कोई बंदे भी नहीं मरे और नुकसान भी नहीं हुआ। एंड दिस इज़ अ फ्री वे फॉर ईरान हुँ, कि उड़ा दो जो उड़ाना है, क्योंकि इन्होंने खबर लगाएँगे तो इनकी बेइज़्ज़ती होगी कि इनके इनके पड़ रही है, हुँ, ठीक है? और ये जी, नमोशी अब अमेरिका के कितने फौजी मरे होंगे, इतने बड़े-बड़े बेस उड़ाए हैं, हुँ, ठीक है? लेकिन वो कह रहे हैं जी 5, 10, 20, अभी तक 50 नंबर भी नहीं किसी ने बोला होगा। जी, तो जो आप छिपा रहे हो, ऐसे ही इंडिया में चल रहा है, तो कब मतलब खबरें तो, मेरा ये भी कहना होता है कि अभी तक तो सेकंड वर्ल्ड वॉर में बोले हुए झूठ नहीं हमारे क्लियर हुए, हुँ, जिसको 80 साल हो गए। तो अभी नई-नई चल रही है, इसमें तो बहुत कुछ चलेगा। जी। ਸਿੱਧੂ ਸਾਹਿਬ ਸਮਾਂ ਇਜਾਜ਼ਤ ਨਹੀਂ ਦਿੰਦਾ, ਨਹੀਂ ਤਾਂ ਗੱਲਾਂ ਸਵਾਲ ਹੋਰ हाँ ਬਹੁਤ जी, ਸਾਰੇ ਸਨ, जी। ਪਰ ਜ਼ਰੂਰ ਅਗਾਂਹੋਂ ਸਾਨੂੰ ਉਡੀਕ ਰਹੂਗੀ। ਅੱਜ ਦੇ ਲਈ ਸਮਾਂ ਦੇਣ ਵਾਸਤੇ कोई ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ। जी, बहुत शुक्रिया सिद्धू साहब, आगे जी भी बहुत आपसे बातचीत करने की उम्मीद है हमें। बहुत शुक्रिया मनी साहब, ते धन्नवाद लवली जी। जी। ਥੈਂਕ ਯੂ ਜੀ, ਬਹੁਤ ਸ਼ੁਕਰੀਆ।